Dr. Ravi Garg, Director Pioneer Immigration CICC member, recognized by Canada Government, Canada Embassy ਵੱਲੋਂ ਸਾਰਿਆਂ ਨੂੰ ਨਮਸਕਾਰ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ। ਅਲੱਗ-ਅਲੱਗ ਸੈਸ਼ਨਸ, ਲਾਈਵ ਸੈਸ਼ਨਸ ਦੇ ਵਿੱਚ ਅਲੱਗ-ਅਲੱਗ ਟੌਪਿਕਸ ਦੇ ਉੱਪਰ ਗੱਲਬਾਤ ਕਰਦੇ ਹੈਗੇ ਆ। ਹਰ ਸੈਟਰਡੇ 11 o'clock ਦੇ ਕਰੀਬ 11:15 ਵਜੇ ਦੇ ਕਰੀਬ ਲੇਟੈਸਟ ਅਪਡੇਟਸ, ਖਾਸ ਤੌਰ 'ਤੇ ਕੈਨੇਡਾ ਦੀਆਂ ਵੀਜ਼ਾ ਦੀਆਂ, ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ, ਸਪਾਊਸ ਵੀਜ਼ਾ, ਸਪਾਊਸ ਦਾ ਓਪਨ ਵਰਕ ਪਰਮਿਟ, ਜਿਨ੍ਹਾਂ ਦੇ ਸਪਾਊਸ ਕੈਨੇਡਾ ਦੇ ਵਿੱਚ ਹੈਗੇ ਨੇ ਸਟੱਡੀ ਵੀਜ਼ਾ 'ਤੇ ਜਾਂ ਵਰਕ ਪਰਮਿਟ, ਪੋਸਟ ਗ੍ਰੈਜੂਏਟ ਵਰਕ ਪਰਮਿਟ 'ਤੇ ਜਾਂ LMI ਦੇ ਥਰੂ ਦੇ ਜਿਹੜੇ ਵਰਕ ਪਰਮਿਟ 'ਤੇ ਹੈਗੇ ਨੇ ਕੈਨੇਡਾ ਦੇ ਵਿੱਚ, ਉਹਨਾਂ ਦੇ ਸਪਾਊਸ ਇੰਡੀਆ ਜਾਂ ਹੋਰ ਕੰਟਰੀਜ਼ ਤੋਂ ਕੈਨੇਡਾ ਜਾ ਸਕਦੇ ਨੇ ਓਪਨ ਵਰਕ ਪਰਮਿਟ 'ਤੇ। ਸੋ ਉਹ ਇਸ ਟੌਪਿਕਸ 'ਤੇ ਅਲੱਗ-ਅਲੱਗ ਰਿਕੁਆਇਰਮੈਂਟਸ ਕੀ ਨੇ ਔਰ ਲੇਟੈਸਟ ਰੂਲਸ ਪਾਲਿਸੀਜ਼ ਕੈਨੇਡਾ ਐਮਬੈਸੀ ਦੀਆਂ ਉਹ ਡਿਸਕਸ ਕਰਦੇ ਹਾਂ ਆਪਾਂ। ਇਸ ਕਰਕੇ ਇੱਕ ਲਾਈਵ ਸੈਸ਼ਨ ਦੇ ਵਿੱਚ ਸਾਰੀਆਂ ਗੱਲਾਂ ਨਹੀਂ ਹੋ ਪਾਉਂਦੀਆਂ। ਪਲੀਜ਼ ਪਿੱਛੇ ਜਾ ਕੇ ਫੇਸਬੁੱਕ ਪੇਜ 'ਤੇ, ਇੰਸਟਾਗ੍ਰਾਮ 'ਤੇ ਔਰ YouTube ਚੈਨਲ 'ਤੇ ਪਾਇਨੀਅਰ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਸੀ ਪ੍ਰਾਈਵੇਟ ਲਿਮਟਿਡ ਲਿਖਣਾ ਔਰ ਉੱਥੇ ਤੁਸੀਂ ਇਹ ਸਾਰੀ ਲੇਟੈਸਟ ਅਪਡੇਟਸ ਦੇਖ ਸਕਦੇ ਹੋ। ਸੋ 3 ਮਹੀਨੇ ਦੇ ਕਰੀਬ ਇਸ ਵਕਤ ਸਟੱਡੀ ਵੀਜ਼ਾ ਦਾ ਪ੍ਰੋਸੈਸਿੰਗ ਟਾਈਮ ਚੱਲਦਾ ਪਿਆ ਹੈਗਾ। 3 ਮਹੀਨੇ ਤੋਂ ਪਹਿਲਾਂ ਹਾਲੇ 3 ਮਹੀਨੇ ਨਹੀਂ ਹੋਏ ਹੁੰਦੇ, ਬਹੁਤ ਸਾਰੇ ਸਟੂਡੈਂਟਸ ਦੀ ਜਿਨ੍ਹਾਂ ਦੀ ਫਾਈਲਾਂ ਲੱਗੀਆਂ, ਵਾਰੀ ਜਿਹੜੇ ਕਾਉਂਸਲਰਸ, ਮੈਨੇਜਰਸ ਔਰ ਈਵਨ ਮੈਨੂੰ ਫੋਨ ਕਰਕੇ ਪੁੱਛਦੇ ਨੇ ਕਿ ਕੀ ਬਣਿਆ, ਹਾਲੇ ਬਹੁਤ ਟਾਈਮ ਹੋ ਗਿਆ, ਸਾਡਾ ਹਾਲੇ ਵੀਜ਼ਾ ਨਹੀਂ ਆਇਆ। ਅਤੇ ਜਵਾਬ ਇਹੀ ਹੁੰਦਾ ਹੈ ਕਿ ਹਾਲੇ ਪ੍ਰੋਸੈਸਿੰਗ ਟਾਈਮ ਪੂਰਾ ਨਹੀਂ ਹੋਇਆ। ਜਿਹੜਾ ਜਨਰਲ ਪ੍ਰੋਸੈਸਿੰਗ ਟਾਈਮ ਆ ਉਹ 3 ਮਹੀਨੇ ਦੇ ਕਰੀਬ ਹੈਗਾ। 15-20 ਦਿਨ ਹੋਰ ਲੱਗਦੇ ਨੇ ਸਟੈਂਪਿੰਗ ਨੂੰ, ਪਾਸਪੋਰਟ ਸਟੈਂਪਿੰਗ ਨੂੰ, ਪਾਸਪੋਰਟ ਰਿਕੁਐਸਟ PPR ਜਿਹਨੂੰ ਕਹਿੰਦੇ ਆ। ਪਾਸਪੋਰਟ ਰਿਕੁਐਸਟ ਆਉਂਦੀ ਹੈ ਐਮਬੈਸੀ ਤੋਂ ਜਿਨ੍ਹਾਂ ਦਾ ਵੀਜ਼ਾ ਲੱਗਣਾ, ਔਰ ਫਿਰ ਆਪਾਂ ਜਿਹੜਾ ਪਾਸਪੋਰਟ ਭੇਜਦੇ ਹਾਂ ਸਟੈਂਪਿੰਗ ਵਾਸਤੇ, ਉਸ ਨੂੰ ਟਾਈਮ ਲੱਗਦਾ, ਲੱਗ ਕੇ ਆਏਗਾ। ਔਰ ਖਿਆਲ ਰੱਖਣਾ ਕਿ ਇਸ ਵਾਰ ਪਿਛਲੇ 2-2.25 ਸਾਲਾਂ ਤੋਂ ਔਨਲਾਈਨ ਕਲਾਸਿਸ ਅਲਾਊਡ ਸੀਗੀਆਂ ਸਟੂਡੈਂਟਸ ਨੂੰ। ਸਤੰਬਰ ਇਨਟੇਕ ਜਿਹੜਾ ਸਿਰ 'ਤੇ ਆਉਣ ਦਾ ਮਤਲਬ ਨੇੜੇ ਹੈਗਾ। ਔਰ 1-2-5 ਸਤੰਬਰ ਦੇ ਕਰੀਬ ਅਲੱਗ-ਅਲੱਗ ਕਾਲਜਿਸ ਦੀ ਅਲੱਗ-ਅਲੱਗ ਪ੍ਰੋਗਰਾਮ ਦੀਆਂ ਅਲੱਗ-ਅਲੱਗ ਕਲਾਸ ਸਟਾਰਟ ਡੇਟਸ ਨੇ। ਸਤੰਬਰ ਫਸਟ ਵੀਕ ਵਿੱਚ ਕਲਾਸਿਸ ਸਟਾਰਟ ਹੋ ਜਾਣਗੀਆਂ। ਔਰ ਅੱਜ ਦੇ ਰੂਲਸ ਦੇ ਮੁਤਾਬਕ, ਅੱਜ ਦੀ ਐਮਬੈਸੀ ਦੀ ਪਾਲਿਸੀ ਦੇ ਮੁਤਾਬਕ ਸਟੂਡੈਂਟਸ ਨੂੰ ਪਰਸਨਲੀ ਇਨ ਪਰਸਨ ਕਲਾਸਿਸ ਅਟੈਂਡ ਕਰਨੀਆਂ ਪੈਣਗੀਆਂ ਕੈਨੇਡਾ ਦੇ ਵਿੱਚ ਜਾ ਕੇ। ਸੋ ਉਹਨਾਂ ਦੇ ਪਾਸਪੋਰਟ 'ਤੇ ਵੀਜ਼ਾ ਲੱਗਿਆ ਹੋਣਾ ਚਾਹੀਦਾ, ਸਟੱਡੀ ਵੀਜ਼ਾ। ਔਨਲਾਈਨ ਕਲਾਸਿਸ ਅਲਾਊਡ ਹਾਲੇ ਤੱਕ ਨਹੀਂ ਹੈਗੀਆਂ। ਹਰ ਸ਼ਨੀਵਾਰ ਗੱਲ ਕਰਾਂਗੇ, ਜੇ ਕੋਈ ਅਪਡੇਟ ਆਈ ਤਾਂ ਆਪਾਂ ਡਿਸਕਸ ਕਰਾਂਗੇ, ਸ਼ੇਅਰ ਕਰਾਂਗੇ, ਲੇਕਿਨ ਫਿਲਹਾਲ ਅਲਾਊਡ ਨਹੀਂ ਹੈ। ਇਸ ਚੀਜ਼ ਨੂੰ ਧਿਆਨ 'ਚ ਰੱਖਣਾ ਹੈਗਾ। ਔਰ ਇੰਨਾ ਟਾਈਮ ਜਿਹੜਾ ਹੈ 3 ਮਹੀਨੇ ਪਲੱਸ 15 ਦਿਨ ਪਾਸਪੋਰਟ ਸਟੈਂਪਿੰਗ ਨੂੰ ਲੱਗਣਾ ਹੈਗਾ। ਜਿਨ੍ਹਾਂ ਦਾ ਨਹੀਂ ਆਉਣ ਦਾ ਚਾਂਸ ਹੋਏਗਾ, ਜਿਹੜਾ ਨੇੜੇ ਪਹੁੰਚਣਗੀਆਂ ਡੇਟਾਂ, ਔਰ ਅਲੱਗ-ਅਲੱਗ ਕਾਲਜਿਸ ਦੀ ਡੈਫਰਮੈਂਟ ਡੈਡਲਾਈਨ ਹੁੰਦੀਆਂ ਨੇ। ਅਗਰ ਕਿਸੇ ਦਾ ਰਿਫਿਊਜ਼ ਹੁੰਦਾ ਉਸ ਦੀ ਰਿਫੰਡ ਡੈਡਲਾਈਨ ਹੁੰਦੀ ਹੈ। ਜਿਸ ਤਰ੍ਹਾਂ ਲੈਂਪਟਨ ਕਾਲਜ ਦੀ ਇੱਕ ਐਗਜ਼ਾਮਪਲ ਦੇ ਤੌਰ 'ਤੇ ਡੈਡਲਾਈਨ ਕੀ ਹੈਗੀ ਹੈ ਕਿ ਜਦੋਂ ਵੀ ਸਟੂਡੈਂਟ ਦਾ ਰਿਫਿਊਜ਼ ਹੋਏਗਾ ਵਿਦਿਨ 10 ਡੇਜ਼ ਉਹਨਾਂ ਨੂੰ ਰਿਫੰਡ ਪਾਉਣਾ ਪੈਣਾ, ਰਿਫੰਡ ਦੀ ਰਿਕੁਐਸਟ ਪਾਉਣੀ ਪੈਣੀ ਆਪਾਂ ਨੂੰ। ਅਦਰਵਾਈਜ਼ ਉਹਨਾਂ ਦੀ ਫੀਸ ਜਿਹੜੀ ਹੈ ਹੋ ਸਕਦਾ ਰਿਫੰਡ ਨਾ ਹੋਵੇ, ਜ਼ਿਆਦਾ ਚਾਂਸ ਹੋਣਗੇ, ਰਿਸਕ ਹੋ ਜਾਏਗਾ। ਇੱਕ ਸਮੈਸਟਰ ਦੀ ਫੀਸ ਨਾ ਰਿਫੰਡ ਹੋਈ ਤਾਂ ਮਤਲਬ 5 ਲੱਖ ਰੁਪਏ ਦੇ ਕਰੀਬ ਨੁਕਸਾਨ। ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈਗਾ। ਕੰਸਲਟੈਂਟ ਐਜ਼ ਯੂਅਰ ਰਿਪਰੈਜ਼ੈਂਟੇਟਿਵ ਅਸੀਂ ਧਿਆਨ ਰੱਖਣਾ ਹੈ। ਤੁਹਾਡੇ ਕਾਉਂਸਲਰ ਜਿਹੜਾ ਤੁਹਾਡਾ ਕੇਸ ਡੀਲ ਕਰਦਾ ਪਿਆ, ਮੈਨੇਜਰ, ਉਹਨਾਂ ਨੇ ਵੀ ਧਿਆਨ ਰੱਖਣਾ ਹਰ ਇੱਕ ਆਫਿਸ ਦੇ ਵਿੱਚ। ਲੇਕਿਨ ਸਟੂਡੈਂਟਸ ਦਾ ਵੀ ਫਰਜ਼ ਬਣਦਾ ਹੈ ਅਲਰਟ ਰਹਿਣ, ਧਿਆਨ ਰੱਖਣ। ਔਰ ਕਾਲਜ ਦੀ ਵੈਬਸਾਈਟ 'ਤੇ ਸਾਰੀ ਡਿਟੇਲਸ ਇਹ ਹੈਗੀਆਂ ਨੇ, ਡੈਡਲਾਈਨਸ ਮੈਂਸ਼ਨਡ ਹੁੰਦੀਆਂ ਨੇ, ਲਿਖੀਆਂ ਹੁੰਦੀਆਂ ਨੇ। ਔਰ ਤੁਹਾਡੀ ਈਮੇਲ ਜਿਹੜੀ ਕਾਲਜ ਨੂੰ ਲਿਖ ਕੇ ਭੇਜੀ, ਰਜਿਸਟਰਡ ਈਮੇਲ ਜਿਹੜੀ ਕਾਲਜ ਨੂੰ ਈਮੇਲ ਤੁਹਾਡੀ ਲਿਖ ਕੇ ਭੇਜੀ ਹੁੰਦੀ ਹੈ ਜਦੋਂ ਆਪਾਂ ਐਡਮਿਸ਼ਨ ਲੈਂਦੇ ਹਾਂ, ਉਸ ਦੇ ਉੱਪਰ ਵੀ ਤੁਹਾਡੀ ਈਮੇਲ ID ਦੇ ਉੱਪਰ ਸਾਰੀ ਡਿਟੇਲਸ ਕਾਲਜ ਭੇਜਦਾ ਹੈਗਾ। ਕਾਲਜ ਦੀ ਕਈ ਕਾਲਜਿਸ ਦੀ ਐਪਸ ਬਣਾਈਆਂ ਹੋਈਆਂ ਨੇ, ਉਹਨਾਂ ਨੂੰ ਲੌਗਇਨ ਕਰਕੇ, ਐਪਸ ਡਾਊਨਲੋਡ ਕਰਕੇ ਲੌਗਇਨ ਕਰਕੇ ਤੁਹਾਨੂੰ ਮੈਸੇਜਸ ਆਉਂਦੇ ਨੇ, ਉਹ ਜ਼ਰੂਰ ਪੜ੍ਹਨੇ ਨੇ, ਇਗਨੋਰ ਨਹੀਂ ਕਰਨੇ। ਕਈ ਵਾਰੀ ਬਹੁਤ ਸਾਰੇ ਕਾਲਜਿਸ ਇਸ ਤਰ੍ਹਾਂ ਦੇ ਨੇ ਜਿਹੜੇ ਸਟੂਡੈਂਟਸ ਨੂੰ ਡਾਇਰੈਕਟ ਮੈਸੇਜਸ ਭੇਜਦੇ ਨੇ ਐਜ਼ ਰਿਪਰੈਜ਼ੈਂਟੇਟਿਵ, ਐਜ਼ ਤੁਹਾਡਾ ਕੰਸਲਟੈਂਟ। ਕਈ ਕਾਲਜਿਸ ਸਿਰਫ ਸਾਨੂੰ ਭੇਜਦੇ ਨੇ, ਕਈ ਕਾਲਜਿਸ ਸਟੂਡੈਂਟ ਨੂੰ ਭੇਜਦੇ ਨੇ, ਸਾਨੂੰ ਵੀ ਭੇਜਦੇ ਨੇ, ਕਈ ਕਾਲਜਿਸ ਸਿਰਫ ਤੁਹਾਨੂੰ ਭੇਜਦੇ ਨੇ, ਸਾਨੂੰ ਨਹੀਂ ਭੇਜਦੇ। ਸੋ ਇਨ ਦੈਟ ਕੇਸ ਜੇ ਤੁਸੀਂ ਮਿਸ ਕੀਤਾ
ਤੁਹਾਡਾ ਨੁਕਸਾਨ ਹੋ ਜਾਏਗਾ। ਤੁਸੀਂ ਜ਼ਰੂਰ ਕਹੋਗੇ ਕਿ ਜੀ ਤੁਸੀਂ ਸਾਡੇ ਰਿਪਰੈਜ਼ੈਂਟੇਟਿਵ, ਯੂ ਆਰ ਟੇਕਿੰਗ ਕੇਅਰ ਆਫ ਮਾਈ ਕੇਸ, ਤੁਸੀਂ ਸਾਡਾ ਖਿਆਲ ਕਰਦੇ ਪਏ ਹੋ, ਤੁਹਾਡਾ ਫਰਜ਼ ਬਣਦਾ ਸਾਰੀਆਂ ਚੀਜ਼ਾਂ ਦੇਖਣੀਆਂ। ਲੇਕਿਨ ਜਦੋਂ ਲੇਟੈਸਟ ਪਾਲਿਸੀਜ਼ ਕਈ ਵਾਰੀ ਚੇਂਜ ਕਰਦੇ ਨੇ ਕਾਲਜ, ਕੋਈ ਡੈਡਲਾਈਨ ਚੇਂਜ ਕਰਦੇ ਆ, ਕਈ ਵਾਰੀ ਕੁਛ ਪਾਲਿਸੀਜ਼ ਚੇਂਜ ਕਰਦੇ ਆ, ਅਤੇ ਕਈ ਵਾਰੀ ਸਾਨੂੰ ਨਹੀਂ ਭੇਜਦੇ, ਤੁਹਾਨੂੰ ਭੇਜਦੇ ਨੇ। ਸੋ ਅਸੀਂ ਫਿਰ ਉਹੀ ਰੈਫਰੈਂਸ ਦੇਵਾਂਗੇ ਕਿ ਤੁਹਾਨੂੰ ਈਮੇਲ ਆਈ ਸੀ, ਤੁਸੀਂ ਨਹੀਂ ਦੇਖੀ, ਤਾਂ ਤੁਹਾਨੂੰ ਦਿੱਕਤ ਹੋ ਸਕਦੀ ਹੈ। ਟੇਕ ਕੇਅਰ ਆਫ ਦੈਟ, ਬੀ ਅਲਰਟ, ਬੀ ਅਟੈਂਟਿਵ, ਖਿਆਲ ਰੱਖਣਾ ਹੈਗਾ। ਟੂਰਿਸਟ ਵੀਜ਼ਾ ਦਾ ਵੀ 4 ਮਹੀਨੇ ਦੇ ਕਰੀਬ ਪ੍ਰੋਸੈਸਿੰਗ ਟਾਈਮ, ਘੱਟ ਵੀ ਹੋ ਸਕਦਾ। ਇੱਕ ਦਾ ਜਿਹੜਾ ਹੈ 15-20 ਦਿਨ ਦੇ ਵਿੱਚ ਸਾਡਾ ਆਇਆ ਸੀਗਾ, ਔਰ ਕੁਛ ਦੇ ਵੱਧ ਵੀ 6 ਮਹੀਨੇ 8 ਮਹੀਨੇ ਵੀ ਲੱਗ ਸਕਦੇ ਨੇ, ਅੰਬੈਸੀ 'ਤੇ ਡਿਪੈਂਡ ਕਰਦਾ ਹੈਗਾ। ਔਰ ਸੁਪਰ ਵੀਜ਼ਾ ਦਾ ਜਿਹੜਾ ਹੈ ਉਹਦਾ ਵੀ ਸਕਸੈਸ ਰੇਟ ਬੜਾ ਅੱਛਾ। ਸਪਾਊਸ ਵੀਜ਼ਾ ਕਾਫੀ ਜ਼ਿਆਦਾ ਆ ਰਹੇ ਨੇ, ਬੜਾ ਅੱਛਾ ਸਕਸੈਸ ਰੇਟ ਹੈਗਾ। ਲੇਕਿਨ ਸਟੱਡੀ ਵੀਜ਼ਾ ਦੀ ਐਪਲੀਕੇਸ਼ਨਾਂ ਬਹੁਤ ਜ਼ਿਆਦਾ ਜਾ ਰਹੀਆਂ ਅੰਬੈਸੀ ਦੇ ਵਿੱਚ, ਕਿਉਂਕਿ ਆਸਟ੍ਰੇਲੀਆ ਬੜਾ ਸਟ੍ਰਿਕਟ ਹੈ। ਦੇਖੋ 25 ਤੋਂ 30 ਲੱਖ ਰੁਪਏ 6 ਮਹੀਨੇ ਪੁਰਾਣੇ ਜਾਂ 3 ਮਹੀਨੇ ਪੁਰਾਣੇ ਚਾਹੀਦੇ ਨੇ, ਔਰ ਗੈਪ ਨਹੀਂ ਚਾਹੀਦਾ। ਗੈਪ ਹੋਵੇ ਤੇ ਸੈਲਰੀ ਅਕਾਊਂਟ ਵਿੱਚ ਆਉਣੀ ਚਾਹੀਦੀ ਹੈਗੀ ਹੈ, ਅਗਰ ਕਿਸੇ ਦਾ ਐਕਸਪੀਰੀਅੰਸ ਹੈਗਾ। ਕੈਨੇਡਾ ਵਿੱਚ ਇਹ ਚੀਜ਼ਾਂ ਨਹੀਂ ਹੈਗੀਆਂ, ਨਾ ਹੀ ਪੁਰਾਣੇ ਕੈਨੇਡਾ ਦੇ ਵਿੱਚ ਪੁਰਾਣੇ ਫੰਡਸ ਦਿਖਾਣੇ ਨੇ, ਕਿੱਥੋਂ ਆਏ ਨੇ ਨਹੀਂ ਦਿਖਾਣੇ। ਸੋਰਸ ਆਫ ਇਨਕਮ ਜਿਹੜਾ ਹੈਗਾ, ਸੋਰਸ ਆਫ ਫੰਡਸ ਜਿਹੜਾ ਹੈਗਾ, ਪੈਸੇ ਕਿੱਥੋਂ ਆਏ ਉਹ ਨਹੀਂ ਦਿਖਾਣੇ, ਕਿੰਨੇ ਪੁਰਾਣੇ ਨੇ ਨਹੀਂ ਦਿਖਾਣੇ। ਇਨਕਮ ਦੇ ਡਾਕੂਮੈਂਟ ਨਾਲ ਅਟੈਚ ਨਹੀਂ ਹੁੰਦੇ, ਹਾਲਾਂਕਿ ਫਾਰਮ ਦੇ ਵਿੱਚ ਤੁਹਾਡੀ ਇਨਕਮ ਮੈਂਸ਼ਨ ਕਰਨੀ ਹੁੰਦੀ ਹੈ। ਸੋ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਆਸਟ੍ਰੇਲੀਆ ਵਿੱਚ ਡਾਕੂਮੈਂਟ ਚਾਹੀਦੇ ਨੇ। ਇਸੇ ਤਰ੍ਹਾਂ ਨਿਊਜ਼ੀਲੈਂਡ ਆਲਮੋਸਟ ਬੰਦ ਰਿਹਾ ਹੈ, ਹੁਣ ਖੁੱਲ੍ਹਿਆ ਥੋੜ੍ਹਾ ਜਿਹਾ। ਲੇਕਿਨ UK ਦੇ ਵਿੱਚ, ਬਾਕੀ ਜ਼ਿਆਦਾਤਰ ਕੰਟਰੀਜ਼ ਦੇ ਵਿੱਚ PR ਦੀ ਡਿਫੀਕਲਟੀ ਕਰਕੇ ਲੋਕ ਕੈਨੇਡਾ ਨੂੰ ਨੰਬਰ 1 ਪ੍ਰੈਫਰੈਂਸ ਵਿੱਚ ਰੱਖਦੇ ਨੇ। ਹਰ ਬੰਦਾ ਜਿਹੜਾ, ਹਰ ਐਵਰੇਜ ਸਟੂਡੈਂਟ ਜਿਹੜਾ ਹੈਗਾ ਜਾਣਾ ਚਾਹੁੰਦਾ ਹੈਗਾ ਕੈਨੇਡਾ, ਤੇ ਨੰਬਰ ਆਫ ਐਪਲੀਕੇਸ਼ਨਸ ਇਜ਼ ਟੂ ਹਾਈ। 20-22 ਲੱਖ ਦੇ ਕਰੀਬ ਬੈਕਲੌਗ ਜਿਹੜੀ ਹੈ ਐਪਲੀਕੇਸ਼ਨ ਦਾ ਚੱਲਦਾ ਪਿਆ, ਟੋਟਲ ਵੀਜ਼ਾ ਐਪਲੀਕੇਸ਼ਨ ਦਾ ਕੈਨੇਡਾ ਦੇ ਵਿੱਚ। ਹਾਲਾਂਕਿ ਕੈਨੇਡਾ ਗੌਰਮੈਂਟ, ਕੈਨੇਡਾ ਅੰਬੈਸੀ ਇਸ ਨੂੰ ਰਿਡਿਊਸ ਕਰਨ ਦੀ ਕੋਸ਼ਿਸ਼ ਕਰਦੀ ਪਈ ਹੈਗੀ ਹੈ, ਕੁਛ ਘਟਿਆ ਹੈਗਾ ਲੇਕਿਨ ਕਾਫੀ ਜ਼ਿਆਦਾ। ਸੋ ਜਿੰਨੀਆਂ ਉਹਨਾਂ ਨੇ ਵੀਜ਼ੇ ਦੇਣੇ ਨੇ ਉਸ ਤੋਂ ਕਾਫੀ ਜ਼ਿਆਦਾ ਨੰਬਰ ਆਫ ਐਪਲੀਕੇਸ਼ਨਸ ਗਈਆਂ ਹੋਈਆਂ ਨੇ। ਸੋ ਡੈਫੀਨੇਟਲੀ ਜਿਹੜੀ ਹੈ ਉਹ ਜਿਹੜੀ ਛਾਨਣੀ ਜਿਹੜੀ ਹੈ ਕਿਸਮ ਦੀ ਬਰੀਕ ਕੀਤੀ ਪਈ ਹੈ ਦਾ ਮਤਲਬ। ਔਰ ਇੱਕ ਦੂਜਾ ਇੱਕ ਰੀਜ਼ਨ ਜਿਹੜਾ ਦੇਖਿਆ ਜਾ ਰਿਹਾ ਹੈਗਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਮਤਲਬ ਕਿ ਕੰਪਿਊਟਰਾਈਜ਼ਡ ਚੈਕਿੰਗ ਜਿਹੜੀ ਹੈ ਉਹ ਕੁਛ ਲਾਈ ਹੋਈ ਹੈ ਇਸ ਤਰ੍ਹਾਂ ਦਾ ਸੋਫਟਵੇਅਰ ਦੇ ਥਰੂ ਕਿ ਉਸ ਦੇ ਵਿੱਚ ਗਲਤੀਆਂ ਦੇਖੀਆਂ ਜਾ ਰਹੀਆਂ। ਦਾ ਮਤਲਬ ਇਹ ਹੈ ਕਿ ਸਾਰੇ ਇੰਡੀਆ ਦੇ ਵਿੱਚ ਅਸੀਂ ਕੰਸਲਟੈਂਟਸ, ਕਿਉਂਕਿ ਇੱਕ ਕੰਸਲਟੈਂਟ ਦੇ ਨਾਲ ਇਹ ਹੋਏ ਕਿ 90-92% ਵਾਲੇ ਬੱਚਿਆਂ ਦੇ ਰਿਫਿਊਜ਼ਲ, 75-80% ਵਾਲਿਆਂ ਦੇ ਰਿਫਿਊਜ਼ਲ, 7, 7.5, 8 ਬੈਂਡ, 80% ਨੰਬਰ ਉਹਨਾਂ ਦੀ ਵੀ ਰਿਫਿਊਜ਼ਲ। ਔਰ ਬੜੇ ਅੱਛੇ ਜਿਹੜੇ ਚੰਗੇ ਕੇਸਿਸ ਨੇ ਉਹਨਾਂ ਦੀ ਵੀ, ਕਈਆਂ ਦੀ ਰਿਫਿਊਜ਼ਲ, ਸਾਰਿਆਂ ਦੀ ਨਹੀਂ ਲੇਕਿਨ ਸਮਝ ਲਓ ਕਿ 10 ਵਿੱਚੋਂ ਜਿਹੜੇ ਸਾਨੂੰ 10 ਵਿੱਚੋਂ ਇਹੋ ਜਿਹੇ 9 ਜਾਂ 10 ਕੇਸਿਸ ਦੀ ਜਿਹੜੀ ਵੀਜ਼ਾ ਦੀ ਉਮੀਦ ਹੁੰਦੀ ਹੈ, ਉਸ ਦੇ ਵਿੱਚੋਂ 6 ਵੀਜ਼ੇ, 7 ਵੀਜ਼ੇ ਆਉਣਗੇ, 3 ਨਜਾਇਜ਼ ਰਿਫਿਊਜ਼ਲਾਂ, ਜਿਸ ਨੂੰ ਕਿ ਦੁਬਾਰਾ ਅਸੀਂ ਅੰਬੈਸੀ ਵਿੱਚ ਲਾਵਾਂਗੇ ਤੇ ਜ਼ਿਆਦਾ ਚਾਂਸ ਹੈ ਵੀਜ਼ਾ ਹੋ ਜਾਏਗਾ। ਔਰ ਕਈ ਵਾਰੀ ਦੂਜੀ ਵਾਰ ਵੀ ਰਿਫਿਊਜ਼ਲ, ਫਿਰ ਆਪਾਂ ਤੀਜੀ ਵਾਰੀ ਲਗਾ ਦੇਵਾਂਗੇ। ਸੋ ਇਹ ਇਹੋ ਜਿਹੇ ਗੁੱਡ ਕੇਸਿਸ ਦੇ ਜ਼ਿਆਦਾਤਰ ਚਾਂਸ ਹੈਗੇ ਨੇ ਵੀਜ਼ਾ ਆ ਜਾਏਗਾ, ਕੋਈ ਪ੍ਰੋਬਲਮ ਨਹੀਂ। ਔਰ ਵੀਕ ਕੇਸਿਸ ਦੀ ਕਾਫੀ ਜ਼ਿਆਦਾ ਰਿਫਿਊਜ਼ਲਾਂ, ਅੱਗੇ ਜ਼ਿਆਦਾ ਵੀਜ਼ੇ ਆ ਜਾਂਦੇ ਸੀ। ਇਹੋ ਜਿਹੇ ਵੀਕ ਕੇਸਿਸ ਜਿਨ੍ਹਾਂ ਦੇ ਨੰਬਰ ਘੱਟ ਹੁੰਦੇ ਨੇ, ਕਾਫੀ 52-55% ਨੰਬਰ, ਖਾਸ ਤੌਰ 'ਤੇ +2 ਵਾਲੇ ਸਟੂਡੈਂਟਸ ਦੇਖਣ ਕਿ ਜਿਹੜੇ ਨੋਨ ਮੈਡੀਕਲ ਫਿਜ਼ਿਕਸ, ਕੈਮਿਸਟਰੀ, ਮੈਥਮੈਟਿਕਸ, ਮੈਡੀਕਲ ਵਾਲੇ ਜਿਹੜੇ ਨੇ, ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ, ਆਰਟਸ ਵਾਲੇ ਨੇ ਜਿਹੜੇ, ਸਾਈਕੋਲੋਜੀ, ਸੋਸ਼ੀਓਲੋਜੀ, ਫਿਲਾਸਫੀ ਵਗੈਰਾ ਜਿਹੜੇ ਸਬਜੈਕਟ ਨੇ, ਉਹਨਾਂ ਦੇ ਵਿੱਚ ਜਿਹੜੇ ਕਿੰਨੇ ਥਿਊਰੀ ਦੇ ਵਿੱਚ ਕਿੰਨੇ ਵਿੱਚੋਂ ਕਿੰਨੇ ਮਾਰਕਸ ਨੇ, 50% ਤੋਂ ਘੱਟ ਨੇ। ਈਵਨ ਗ੍ਰੈਜੂਏਟਸ ਜਿਹੜੇ ਨੇ ਉਹ ਆਪਣੀ ਸਾਰੀਆਂ DMCs ਚੱਕ ਲੈਣ ਔਰ ਇੰਡੀਵਿਜੂਅਲ DMCs ਦੇ ਉੱਪਰ ਥਿਊਰੀ ਦੇ ਵਿੱਚ ਮਾਰਕਸ ਦੇਖਣ, ਕਿੰਨੇ ਸਬਜੈਕਟਾਂ ਦੇ ਵਿੱਚ ਲੈਸ ਦੈਨ 50% ਹੈਗੇ ਨੇ। ਸੋ ਇਹ ਇੱਕ ਬੜਾ ਕ੍ਰਾਈਟੀਰੀਆ, ਕਿੰਨੇ ਬੈਕਲੌਗਸ ਹੈਗੇ ਨੇ ਗ੍ਰੈਜੂਏਟਸ ਦੇ, ਇਹ ਔਰ ਕਿੰਨਾ ਗੈਪ ਹੈਗਾ। ਸੋ ਇਹ ਜਿਹੜੇ ਉਹ ਗੈਪ ਦੇ ਵਿੱਚ ਕੀ ਐਕਸਪੀਰੀਅੰਸ ਸੀਗਾ, ਵੈਦਰ ਕਿ ਸਟੱਡੀ ਦੇ ਰੈਲੇਵੈਂਟ ਜਾ ਕੇ ਜਿਹੜਾ ਇੰਟੈਂਡਡ ਪ੍ਰੋਗਰਾਮ ਦਾ ਮਤਲਬ ਜਿਹੜਾ ਪੜ੍ਹਨ ਜਾ ਰਹੇ ਆ ਪ੍ਰੋਗਰਾਮ, ਉਸ ਦੇ ਰੈਲੇਵੈਂਟ ਜਿਹੜਾ ਤੁਹਾਡਾ ਐਕਸਪੀਰੀਅੰਸ ਹੈਗਾ ਕਿ ਨਹੀਂ ਹੈਗਾ। ਹੁਣ ਇਹਨਾਂ ਚੀਜ਼ਾਂ ਦੇ ਵਿੱਚ ਮੈਂ ਐਜ਼ ਕੰਸਲਟੈਂਟ ਜਾਂ ਕੋਈ ਵੀ ਕੰਸਲਟੈਂਟ ਕੁਛ ਜ਼ਿਆਦਾ ਨਹੀਂ ਕੁਛ ਵੀ ਕਰ ਸਕਦਾ, ਕਿਉਂਕਿ ਇਹ ਨੈਚੁਰਲ ਚੀਜ਼ਾਂ ਨੇ, ਤੁਹਾਡੀ ਹੈਗੀ, ਤੁਹਾਡੀ ਐਜੂਕੇਸ਼ਨ ਹੈਗੀ ਹੈ, ਤੁਹਾਡਾ ਐਕਸਪੀਰੀਅੰਸ ਹੈਗਾ। ਉਸ ਦੇ ਮੁਤਾਬਕ ਜਿਹੜਾ ਬੈਸਟ ਇੰਟੈਂਡਡ ਪ੍ਰੋਗਰਾਮ ਅਸੀਂ ਉਹ ਚੁਣਨਾ ਹੈਗਾ, ਚੁਣਦੇ ਹੈਗੇ ਆ। ਲੇਕਿਨ
ਤੁਹਾਡੀ ਐਜੂਕੇਸ਼ਨ ਦੇ ਬੈਕਲੌਗਸ ਦੇ ਅਸੀਂ ਕੁਛ ਨਹੀਂ ਕਰ ਸਕਦੇ, ਤੁਹਾਡੇ ਨੰਬਰਾਂ ਦਾ ਅਸੀਂ ਕੁਛ ਨਹੀਂ ਕਰ ਸਕਦੇ। ਅਤੇ ਇਹੋ ਜਿਹੇ ਜਿਹੜੇ ਵੀਕ ਕੇਸਿਸ ਨੇ, ਲੀਨੀਅੰਟ ਵੀਜ਼ਾ ਅਫੀਸਰ ਚੰਗੇ, ਕੋਈ ਮਤਲਬ ਰੱਬ ਦੇ ਬੰਦੇ ਹੈਗੇ ਨੇ, ਉਹ ਜ਼ਿਆਦਾ ਵੀਜ਼ਾ ਦੇ ਦਿੰਦੇ ਨੇ। ਸਟ੍ਰਿਕਟ ਵੀਜ਼ਾ ਅਫੀਸਰ ਨੇ ਜਿਹੜੇ ਧਿਆਨ ਨਾਲ ਦੇਖਦੇ ਨੇ, ਸਮਝਦੇ ਨੇ, ਧਿਆਨ ਨਾਲ ਕੇਸ ਨੂੰ ਬਰੀਕੀ ਨਾਲ ਦੇਖਣਾ ਜਿਹਨੂੰ ਕਹਿੰਦੇ ਆ, ਉਹ ਦੇਖ ਕੇ ਰਿਫਿਊਜ਼ ਕਰ ਦਿੰਦੇ ਨੇ। ਸੋ ਆਪਣੇ ਕੋਲ ਹੱਲ ਕੀ ਹੁੰਦਾ? ਅੱਛਾ, ਇਹੋ ਜਿਹੇ ਜਿਹੜੇ ਵੀਕ ਕੇਸਿਸ ਨੇ, ਅੱਗੇ 10 ਵਿੱਚੋਂ 4-5 ਵੀਜ਼ੇ, 10 ਵਿੱਚੋਂ 5 ਵੀਜ਼ੇ ਆ ਜਾਂਦੇ ਸੀ, 5 ਰਿਫਿਊਜ਼ਲਾਂ ਹੁੰਦੀਆਂ ਸੀ। ਰਿਫਿਊਜ਼ਲਾਂ ਨੂੰ ਅਸੀਂ ਮਾਈਂਡ ਨਹੀਂ, ਟੈਨਸ਼ਨ ਨਹੀਂ ਲੈਂਦੇ ਸੀ ਵੀ ਕਿਉਂਕਿ ਆਲਰੇਡੀ ਵੀਕ ਕੇਸ ਹੈ। ਔਰ ਜਿਹੜੇ 5 ਵੀਜ਼ੇ ਆ ਜਾਂਦੇ ਸੀ ਉਹਦੀ ਖੁਸ਼ੀ ਮਨਾਉਂਦੇ ਸੀ ਵੀ ਬੱਲੇ ਬੱਲੇ ਹੋ ਗਈ, ਬਹੁਤ ਅੱਛਾ ਹੋ ਗਿਆ, ਸਟੂਡੈਂਟਸ ਦਾ ਵੀ ਭਲਾ ਕਰ ਦਿੱਤਾ, ਚਲੋ ਕੰਪਨੀ ਦਾ ਵੀ ਠੀਕ ਹੈ, ਕੰਮ ਦੁਨੀਆਦਾਰੀ ਚੱਲਦੀ ਹੈ। ਲੇਕਿਨ ਅੱਜ ਦੇ ਦਿਨ ਇਹੋ ਜਿਹੇ ਵੀਕ ਕੇਸਿਸ ਦੇ 10 ਦੇ ਵਿੱਚੋਂ 2 ਵੀਜ਼ੇ ਆ ਰਹੇ। ਸੋ ਸਕਸੈਸ ਰੇਟ ਘੱਟ ਗਿਆ। ਸੋ ਉਸ ਦੇ ਵਿੱਚ ਅਗੇਨ ਕਿ ਤੁਹਾਡਾ ਵੀਕ ਕੇਸ ਹੈ ਅਤੇ ਕੰਸਲਟੈਂਟ ਤਾਂ ਨਹੀਂ ਕੁਛ ਕਰ ਸਕਦਾ। ਲੇਕਿਨ ਇੰਨਾ ਹੀ ਬਹੁਤ ਹੈਗਾ ਕਿ 2 ਚੀਜ਼ਾਂ ਨੇ ਕਿ ਇੱਕ ਤਾਂ ਧਿਆਨ ਨਾਲ, ਚੰਗੀ ਤਰ੍ਹਾਂ, ਸਮਝਦਾਰੀ ਨਾਲ, ਔਰ ਜਿਹਨੂੰ ਕਹਿੰਦੇ ਆ ਐਕਸਪਰਟ ਤਰੀਕੇ ਨਾਲ ਲਾਇਆ ਜਾਵੇ ਕੇਸ। ਜਦੋਂ ਲਾਣਾ ਹੀ ਗਲਤ ਹੈਗਾ, ਕੱਲ੍ਹ ਇੱਕ ਕੇਸ ਸੀਗਾ, ਉਸ ਦਾ ਜਿਹੜਾ +2 ਆਰਟਸ ਬੱਚੇ ਨੇ ਕੀਤੀ ਹੋਈ ਹੈ। ਸੋ ਉਹ ਅਸੀਂ ਜ਼ਿਆਦਾਤਰ ਕੁੜੀਆਂ ਨੂੰ ਚਾਈਲਡ ਕੇਅਰ ਦਾ ਕੋਰਸ ਦਿੰਦੇ ਹਾਂ। ਮੁੰਡਾ ਬੇਟਾ ਸੀਗਾ, ਉਸਦੇ ਆਰਟਸ ਕੀਤਾ ਸੀਗਾ, ਉਸਨੂੰ ਮਾਰਕਸ ਵੀ ਥੋੜ੍ਹੇ ਜਿਹੇ ਘੱਟ ਸੀਗੇ ਅਤੇ ਉਸਨੂੰ ਅਰਲੀ ਚਾਈਲਡਹੁੱਡ ਐਜੂਕੇਸ਼ਨ ਦਾ ਕੋਰਸ ਦਿੱਤਾ। ਉਹ ਵੀ ਰੀਜ਼ਨ ਹੋ ਸਕਦਾ। ਦੂਜਾ ਐਸੋਸੀਏਟ ਜਿਹੜਾ ਹੈਗਾ ਆਫ ਸਾਇੰਸ ਦਾ, ਆਰਟਸ ਐਂਡ ਸਾਇੰਸ ਦਾ, ਜਨਰਲ ਆਰਟਸ ਐਂਡ ਸਾਇੰਸ ਦਾ ਪ੍ਰੋਗਰਾਮ ਦਿੱਤਾ। ਉਸਦੇ ਸਾਇੰਸ ਦੇ ਸਬਜੈਕਟ ਹੀ ਨਹੀਂ ਹੈਗੇ ਔਰ ਪ੍ਰੋਗਰਾਮ ਠੀਕ ਨਹੀਂ ਹੈਗਾ ਕਈ ਤਰੀਕੇ ਨਾਲ, ਕਿਉਂਕਿ ਪ੍ਰੋਫੈਸ਼ਨਲ ਪ੍ਰੋਗਰਾਮ ਨਹੀਂ ਹੈਗਾ। ਸੋ ਇਹੋ ਜਿਹੇ ਗਲਤ ਜਦੋਂ ਅਸੀਂ ਕੋਰਸ ਦੇ ਦਾਂਗੇ, ਸਾਡਾ ਰਸਤਾ ਹੀ ਗਲਤ ਹੈ, ਫਿਰ ਤਾਂ ਪਹੁੰਚਣ ਦਾ ਸਵਾਲ ਹੀ ਨਹੀਂ ਹੁੰਦਾ। ਲੇਕਿਨ ਅਗਰ ਸਹੀ ਰਸਤਾ ਚੁਣਿਆ, ਸਹੀ ਤਰੀਕੇ ਨਾਲ ਕੇਸ ਲਗਾਇਆ ਹੋਵੇ, ਫਿਰ ਵੀ ਜਦੋਂ ਨੰਬਰ ਘੱਟ ਨੇ ਤੇ ਲੱਗੇਗਾ ਕਿ ਨਹੀਂ, ਲੀਨੀਅੰਟ ਜਾਂ ਸਟ੍ਰਿਕਟ ਵੀਜ਼ਾ ਅਫੀਸਰ 'ਤੇ ਡਿਪੈਂਡ ਕਰੇਗਾ। ਉਸ ਦੇ ਵਿੱਚ ਕੰਸਲਟੈਂਟ ਦਾ ਨਹੀਂ ਹੈ। ਆਫਕੋਰਸ ਕੰਸਲਟੈਂਟ ਜਿਹੜਾ ਹੈਗਾ ਆਪਾਂ ਚੰਗਾ ਚੁਣੀਏ। ਦੁਬਾਰਾ ਯਾਦ ਦਵਾ ਦਈਏ, CICC ਮੈਂਬਰ ਹੀ ਲੀਗਲੀ ਆਥੋਰਾਈਜ਼ਡ ਨੇ ਕੈਨੇਡਾ ਗਵਰਨਮੈਂਟ, ਕੈਨੇਡਾ ਅੰਬੈਸੀ ਤੋਂ। ਕੈਨੇਡਾ ਅੰਬੈਸੀ ਦੀ ਵੈਬਸਾਈਟ 'ਤੇ ਆਪਾਂ ਉਹਨਾਂ ਦਾ ਨਾਮ ਦੇਖ ਸਕਦੇ ਹਾਂ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਦੀ ਲਿਸਟ ਦੇ ਵਿੱਚ। CICC ਕੀ ਹੈਗਾ ਕਿ ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ ਆਫ ਕੈਨੇਡਾ। ਇਹ ਅਗਰ ਤੁਸੀਂ ਗੂਗਲ ਦੇ ਉੱਪਰ ਲਿਖੋਗੇ, ਉਹਨਾਂ ਦੀ CICC ਜਿਹੜੀ ਕੈਨੇਡੀਅਨ ਗਵਰਨਮੈਂਟ ਦੀ ਡੈਜ਼ਿਗਨੇਟਿਡ ਬਾਡੀ ਹੈਗੀ ਹੈ, ਉਸ ਦੀ ਵੈਬਸਾਈਟ ਖੁੱਲ੍ਹ ਜਾਏਗੀ। ਉਸ ਦੇ ਉੱਪਰ ਤੁਸੀਂ ਸਰਚ ਕਰ ਸਕਦੇ ਹੋ ਨਾਮ ਕੰਸਲਟੈਂਟ ਦਾ, ਕੌਣ CICC ਮੈਂਬਰ ਹੈਗਾ, ਲੀਗਲੀ ਰੈਕਗਨਾਈਜ਼ਡ, ਮਾਨਤਾ ਪ੍ਰਾਪਤ ਕੈਨੇਡਾ ਅੰਬੈਸੀ, ਕੈਨੇਡਾ ਗਵਰਨਮੈਂਟ ਤੋਂ ਕੌਣ ਨਹੀਂ ਹੈਗਾ। ਥੋੜ੍ਹੇ ਜਿਹੇ ਟਿਪਸ ਹੋਰ ਕਿ ਅਨਕੰਡੀਸ਼ਨਲ ਆਫਰ ਲੈਟਰ ਜ਼ਰੂਰੀ ਹੈਗੀ ਹੈ ਫਾਈਲ ਲਾਉਣ ਲੱਗੇ। ਗ੍ਰੈਜੂਏਸ਼ਨ ਵਾਲੇ ਪੋਸਟ ਗ੍ਰੈਜੂਏਟ ਪ੍ਰੋਗਰਾਮ ਵਿੱਚ ਜਾਣਗੇ, ਪੋਸਟ ਸੈਕੰਡਰੀ ਪ੍ਰੋਗਰਾਮ ਵਿੱਚ ਨਹੀਂ ਜਾਣਗੇ। ਉੱਥੇ ਜਾਣਾ, ਕਾਲਜ ਉਹ ਚੂਜ਼ ਕਰਨਾ ਜਿਸ ਦੇ ਵਿੱਚ ਪੜ੍ਹ ਕੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇ। ਇਸ ਦੀ ਲਿਸਟ ਕਿਹੜੇ ਕਾਲਜ ਵਿੱਚ ਵਰਕ ਪਰਮਿਟ ਮਿਲੇਗਾ, ਕਿਹੜੇ 'ਚ ਨਹੀਂ ਮਿਲੇਗਾ, ਆਪਾਂ ਕੈਨੇਡਾ ਅੰਬੈਸੀ ਦੀ ਵੈਬਸਾਈਟ 'ਤੇ ਜਾ ਕੇ ਦੇਖ ਸਕਦੇ ਹਾਂ। ਕਿਊਬੈਕ ਦੇ ਰੀਸੈਂਟਲੀ 3 ਕਾਲਜਿਸ ਨੇ ਬੈਂਕਰਪਸੀ ਫਾਈਲ ਕੀਤੀ ਸੀ। ਉਸ ਦੇ ਗੌਰਮੈਂਟ ਨੇ ਐਕਸ਼ਨ ਲੈਂਦੇ ਹੋਏ ਜ਼ਿਆਦਾਤਰ ਸਾਰੇ ਹੀ ਪ੍ਰਾਈਵੇਟ ਕਾਲਜਿਸ ਦੀ ਵਰਕ ਪਰਮਿਟ ਸਤੰਬਰ 23 ਤੱਕ ਵੈਲਿਡ ਨੇ ਹੋਣਗੇ, ਜਿਨ੍ਹਾਂ ਦੀ ਪੜ੍ਹਾਈ ਖਤਮ ਹੋਈ। ਸੋ ਕਿਊਬੈਕ ਦੇ ਪ੍ਰਾਈਵੇਟ ਕਾਲਜ ਵਿੱਚ ਬੈਟਰ ਐਡਮਿਸ਼ਨ ਨਹੀਂ ਲੈਣੀ। ਫੀਸ ਜਿਹੜੀ ਹੈਗੀ ਹੈ, ਠੱਗੀ ਤੋਂ ਬਚਣ ਵਾਸਤੇ ਇੱਕ ਟਿਪ ਹੈਗਾ, ਫੀਸ ਆਪਣੇ ਬੈਂਕ ਅਕਾਊਂਟ ਤੋਂ ਸਿੱਧੇ ਕਾਲਜ ਦੇ ਜਾਂ GIC ਦੇ ਪੈਸੇ ਕੈਨੇਡੀਅਨ ਬੈਂਕ ਦੇ ਵਿੱਚ ਸਿੱਧੇ ਜਮ੍ਹਾਂ ਕਰਾਉਣੇ ਆ, ਆਪਣੇ ਕੰਸਲਟੈਂਟ ਦੇ ਬੈਂਕ ਅਕਾਊਂਟ ਦੇ ਵਿੱਚ, ਕੰਪਨੀ ਦੇ ਬੈਂਕ ਅਕਾਊਂਟ ਦੇ ਵਿੱਚ ਟ੍ਰਾਂਸਫਰ ਨਹੀਂ ਕਰਨੇ, ਕੈਸ਼ ਨਹੀਂ ਦੇਣੇ, ਚੈੱਕ ਡਰਾਫਟ ਰਾਹੀਂ ਕੰਪਨੀ ਦੇ ਨਾਂ 'ਤੇ ਚੈੱਕ ਡਰਾਫਟ ਨਹੀਂ ਦੇਣਾ। ਸੋ ਵੈਲਕਮ। ਔਰ ਅਸੀਂ ਪਾਇਨੀਅਰ ਇਮੀਗ੍ਰੇਸ਼ਨ 2003 ਤੋਂ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ 100% ਓਨੈਸਟੀ ਕੇਅਰ ਦੇ ਰਹੀ ਹੈ, ਐਥੀਕਲ ਓਨੈਸਟ ਸਰਵਿਸਿਜ਼। ਜਿਹੜੇ ਰਿਫਿਊਜ਼ਡ ਕੇਸਿਸ 2-2 3-3 ਵਾਰ ਰਿਫਿਊਜ਼ਡ, ਔਰ ਬੜੀ ਅੱਛੀ ਖਬਰ ਕਿ ਰੀਸੈਂਟਲੀ ਆਪਣਾ ਜਿਹੜਾ ਹੋਟਲ ਅਰੋਮਾ ਦੇ ਵਿੱਚ ਸੈਮੀਨਾਰ ਸੀਗਾ ਹਫ਼ਤੇ ਕੁ ਪਹਿਲਾਂ, ਸੋ ਉਸ ਦੇ ਵਿੱਚ ਜਿਹੜਾ ਬੜੇ ਸਾਰੇ ਕਾਲਜਿਸ ਨੇ ਪਾਰਟੀਸਪੇਟ ਕੀਤਾ, ਬੜੇ ਸਾਰੇ ਬੱਚੇ ਆ ਕੇ ਵੀਜ਼ੇ ਲੈ ਕੇ ਗਏ। 4-4 ਵਾਰ ਰਿਫਿਊਜ਼ਡ ਕੇਸਿਸ ਦੇ, ਬਹੁਤ ਸਾਰੇ ਕੇਸਿਸ ਦੇ 4-4 ਵਾਰ ਰਿਫਿਊਜ਼ਡ ਵੀਜ਼ੇ ਲੱਗੇ। ਔਰ ਉਹਨਾਂ ਨਾਲ ਮਾੜੀ ਜਿਹੀ ਗੱਲ ਕਰੋ ਤਾਂ ਉਹਨਾਂ ਦਾ ਜਿਹਨੂੰ ਕਹਿੰਦੇ ਇਮੋਸ਼ਨਲ ਹੋ ਕੇ ਰੋਣ ਨਿਕਲਦਾ ਹੈਗਾ। ਬੜਾ ਅੱਛਾ ਇਹ ਕਿ ਬੜਾ ਉਹ ਪਾਇਨੀਅਰ ਇਮੀਗ੍ਰੇਸ਼ਨ ਦੀ ਗੱਲ ਕਰੋ ਔਰ ਜੈਨੂਅਨਲੀ ਲੋਕ ਗੱਲ ਕਰਦੇ ਨੇ। ਮੈਂ ਅਕਸਰ ਗੱਲ ਕਰਦਾ ਹੁੰਦਾ ਕਿ ਲੋਕ ਕਹਿੰਦੇ ਕਿ ਜੀ
ਸਰ ਤੁਸੀਂ ਖਿਆਲ ਰੱਖਿਆ ਜੇ ਵੀਜ਼ਾ ਲਵਾ ਦਿਓ ਸਾਡਾ। ਤੇ ਮੈਂ ਕਹਿੰਦਾ ਹੁੰਦਾ ਕਿ ਬਈ ਕੋਈ ਗੱਲ ਨਹੀਂ, ਆਈ ਵਿਲ ਡੂ ਮਾਈ ਬੈਸਟ, ਤੁਸੀਂ ਰੱਬ ਦਾ ਨਾਂ ਲਓ। ਤੇ ਅੱਗੋਂ ਕਹਿੰਦੇ ਨੇ ਜੀ ਸਾਡੇ ਵਾਸਤੇ ਤਾਂ ਤੁਸੀਂ ਰੱਬ ਹੋ। ਸੋ ਇੱਕ ਵੱਡੀ ਜ਼ਿੰਮੇਵਾਰੀ ਹੈਗੀ ਹੈ, ਰੱਬ ਤਾਂ ਨਹੀਂ ਲੇਕਿਨ ਰੱਬ ਦੇ ਬੰਦੇ ਜ਼ਰੂਰ ਹੈਗੇ ਆ। ਉਸ ਦੀ ਕੋਸ਼ਿਸ਼ 100% ਓਨੈਸਟੀ ਔਰ ਬਣਦੀ ਤਾਂ ਹੈਗੀ ਹਰ ਇੱਕ ਨੂੰ ਕੇਅਰ ਕਰਨੀ ਚਾਹੀਦੀ ਇਹਨਾਂ ਚੀਜ਼ਾਂ ਦੀ। ਮੈਂ ਤਾਂ ਪੂਰੀ 100% ਰੱਬ ਨੂੰ ਹਾਜ਼ਰ ਨਜ਼ਰ ਮੰਨ ਕੇ ਜ਼ਿੰਮੇਵਾਰੀ, ਲੇਕਿਨ ਵੀਜ਼ਾ ਦੀ ਗਾਰੰਟੀ ਨਹੀਂ ਹੋ ਸਕਦੀ, ਇਸ ਚੀਜ਼ ਦਾ ਖਿਆਲ ਰੱਖਣਾ ਹੈਗਾ। ਕਿਉਂਕਿ ਵੀਕ ਕੇਸਿਸ ਨੇ, ਨੰਬਰ ਘੱਟ ਨੇ, ਆਪਣੇ ਕੇਸ ਤੇ ਜ਼ਰੂਰ ਨਿਗਾਹ ਮਾਰੋ। ਜਿਸ ਤਰ੍ਹਾਂ ਮੈਂ ਪਹਿਲਾਂ ਸਮਝਾ ਕੇ ਹਟਿਆ, ਨੰਬਰ ਕਿੰਨੇ % ਨੇ, ਕਿੰਨੇ ਬੈਕਲੌਗਸ ਵਗੈਰਾ ਵਗੈਰਾ। ਸੋ ਅਗਰ ਵੀਕ ਕੇਸ ਹੈਗਾ ਤਾਂ ਚੰਗਾ ਵੀਜ਼ਾ ਅਫਸਰ ਕੋਈ ਲੀਨੀਅੰਟ ਦੇ ਦੇਗਾ, ਸਟ੍ਰਿਕਟ ਵੀਜ਼ਾ ਅਫਸਰ ਰਿਫਿਊਜ਼ ਕਰੇਗਾ। ਕੰਪਨੀ ਨੂੰ ਦੋਸ਼, ਕੋਈ ਵੀ ਕੰਸਲਟੈਂਟ ਹੋਵੇ, ਆਪਣਾ ਕੰਸਲਟੈਂਟ ਪਹਿਲਾਂ ਹੀ ਧਿਆਨ ਨਾਲ ਚੁਣਨਾ ਹੈਗਾ। ਰਿਫਿਊਜ਼ ਹੋ ਗਿਆ ਤਾਂ ਬਾਅਦ ਕੰਸਲਟੈਂਟ ਨੂੰ ਆਪਾਂ ਕਹਿਣਾ ਕਿ ਵੀ ਤੁਸੀਂ ਇਹ ਕੀ ਕੀਤਾ ਜਾਂ ਕਿਵੇਂ ਰਿਫਿਊਜ਼ ਹੋ ਗਿਆ, ਨਹੀਂ। ਔਰ ਤੂੰ ਧਿਆਨ ਦੇਣਾ ਕਿ ਜਿਹੜਾ ਰਿਫਿਊਜ਼ਲ ਲੈਟਰ ਹੈਗੀ ਹੈ ਉਸ ਦੇ ਵਿੱਚ ਕਈ ਲਿਖਿਆ ਹੁੰਦਾ, ਸਾਨੂੰ ਲੱਗਦਾ ਹੈ, ਸਾਨੂੰ ਤਸੱਲੀ ਨਹੀਂ ਹੈ ਕਿ ਤੁਸੀਂ ਵਾਪਸ ਆਉਂਗੇ। ਸੈਕਸ਼ਨ 216 ਦੇ ਮੁਤਾਬਕ ਸਾਨੂੰ ਲੱਗਦਾ ਨਹੀਂ ਕਿ ਤੁਸੀਂ ਇੱਕ ਜੈਨੂਅਨ ਸਟੂਡੈਂਟ ਹੈਗੇ ਹੋ, ਵਾਪਸ ਨਹੀਂ ਆਉਂਗੇ। ਕੁਝ ਹੋਰ ਗੱਲਾਂ ਲਿਖੀਆਂ ਨੇ, ਕੋਮੇ ਪਾ ਕੇ 6-7 ਗੱਲਾਂ ਲਿਖੀਆਂ ਨੇ। ਇਹ ਪੀਪਲ ਟਰਾਈ ਟੂ ਫਾਈਂਡ ਆਊਟ ਦਾ ਡਿਟੇਲਸ ਆਫ ਦਾ ਰਿਫਿਊਜ਼ਲ ਲੈਟਰ ਦਾ ਮਤਲਬ ਜੋ ਰਿਫਿਊਜ਼ਲ ਲੈਟਰ 'ਚ ਲਿਖਿਆ ਉਹਦੇ 'ਚ ਆਹ ਕਿਉਂ ਲਿਖਿਆ ਤਾਂ ਲੱਭਣ ਦੀ ਕੋਸ਼ਿਸ਼ ਕਰਦੇ ਆ। ਐਕਚੁਅਲ ਧਿਆਨ ਨਾਲ ਸਮਝਣ ਦੀ ਗੱਲ ਹੈਗੀ ਹੈ ਕਿ ਅਗਰ 10,000 ਵਿੱਚੋਂ ਅੱਜ ਦੇ ਦਿਨ 60% ਸਕਸੈਸ ਰੇਟ ਹੈ, ਜਿਹੜਾ ਕਿ 80, 85, 90% ਤੱਕ ਵੀ ਹੁੰਦਾ ਬਹੁਤ ਵਾਰੀ। ਅੱਜ ਦੇ ਦਿਨ 60% ਸਕਸੈਸ ਰੇਟ ਹੈਗਾ, ਸਾਡਾ 70%, 75% ਹੋਣਾ, ਲੋਕਾਂ ਦਾ 50%, 40% ਤੇ ਆਇਆ ਹੋਇਆ, ਬਹੁਤ ਘਟਿਆ ਹੋਇਆ ਸਕਸੈਸ ਰੇਟ। ਔਰ ਉਹ ਅੰਬੈਸੀ ਵੱਲੋਂ ਹੈਗਾ, ਬਹੁਤ ਸਾਰੀਆਂ ਐਪਲੀਕੇਸ਼ਨ ਜ਼ਿਆਦਾ ਨੇ, ਧਿਆਨ ਨਾਲ ਦੇਖਦੇ ਪਏ ਨੇ, ਵੀਕ ਕੇਸਿਸ ਨੂੰ ਰਿਫਿਊਜ਼ ਕਰਦੇ ਪਏ ਨੇ, ਚੰਗੇ ਕੇਸਿਸ ਨੂੰ ਵੀ ਰਿਫਿਊਜ਼ ਕਰਦੇ ਪਏ ਨੇ ਬਹੁਤ ਸਾਰਿਆਂ ਨੂੰ। ਔਰ ਐਸੀ ਗੱਲ ਨਹੀਂ ਹੈ, ਪਰਸੋਂ ਦੀ ਗੱਲ ਹੈਗੀ ਹੈ, ਬਹੁਤ ਹੀ ਨੰਬਰ ਘੱਟ, ਮੈਥ ਦੇ 100 ਵਿੱਚੋਂ 40 ਨੰਬਰ, ਹੋਰ ਸਬਜੈਕਟਾਂ 'ਚ ਵੀ 2 ਵਿੱਚੋਂ ਘੱਟ ਨੰਬਰ, ਜਿਨ੍ਹਾਂ ਨੂੰ ਹੁਣ ਅੱਜ ਕੱਲ੍ਹ ਅਸੀਂ ਲੈਣਾ ਹੀ ਬੰਦ ਕਰ ਦਿੱਤਾ। ਇਹ ਕੇਸ ਪੁਰਾਣਾ ਹੋਣਾ, ਜਿਹੜਾ ਕਿ 5-6 ਮਹੀਨੇ ਪਹਿਲਾਂ ਪੁਰਾਣਾ ਅਸੀਂ ਲੈ ਲਿਆ ਸੀਗਾ। ਔਰ ਇਹੋ ਜਿਹੇ ਵੀਕ ਕੇਸਿਸ ਦਾ ਇਹ ਨਹੀਂ ਹੁੰਦਾ ਕਿ ਨਹੀਂ ਲੱਗਦੇ, ਲੇਕਿਨ ਜਿੱਦਾਂ ਮੈਂ ਪਹਿਲਾਂ ਦੱਸਿਆ ਜੀ 10 'ਚੋਂ 2 ਜਾਂ 3 ਕੇਸਿਸ ਦੇ ਵੀਜ਼ੇ ਲੱਗਣਗੇ ਇਹੋ ਜਿਹੇ। ਸੋ ਇਹੋ ਜਿਹੇ ਕੇਸ ਦਾ ਅਸੀਂ ਲਿੱਤਾ ਹੋਇਆ ਸੀਗਾ ਔਰ ਵੀਜ਼ਾ ਆ ਗਿਆ, ਬੜੀ ਖੁਸ਼ੀ ਦੀ ਗੱਲ ਹੈਗੀ ਹੈ। ਲੇਕਿਨ ਜੇ 10 'ਚੋਂ 2 ਕੇਸਾਂ ਦੇ ਵੀਜ਼ੇ ਲੱਗਣੇ, 8 ਤੇ ਲੱਗਣੇ ਨਹੀਂ, ਔਰ ਅਸੀਂ ਫੀਸ ਨਾ ਲਈਏ ਇਹੋ ਜਿਹਾ ਤੋਂ, ਤਾਂ ਕਿੰਨਾ ਵੱਡਾ ਨੁਕਸਾਨ ਹੈ ਸਾਡੇ ਵਾਸਤੇ, ਕਿੰਨੀ ਮਿਹਨਤ ਹੈ। ਉੱਪਰੋਂ ਕਈ ਵਾਰੀ 10 'ਚੋਂ 9 ਬੰਦੇ ਸਮਝਦੇ ਨੇ ਕਿ ਹਾਂ ਜੀ ਸਾਡਾ ਵੀਕ ਕੇਸ ਸੀਗਾ, ਕੋਈ ਗੱਲ ਨਹੀਂ। 10 'ਚੋਂ 1 ਬੰਦਾ ਸਮਝਦਾ ਵੀ ਨਹੀਂ, ਉਹ ਪੁੱਛਦਾ ਜੀ ਕਿਉਂ ਵੀਜ਼ਾ ਰਿਫਿਊਜ਼ ਹੋ ਗਿਆ, ਜਿੰਨਾ ਮਰਜ਼ੀ ਸਮਝਾ ਲਓ। ਉਹ ਕਹਿੰਦੇ ਜੀ ਜਿਹੜੇ ਕੰਸਲਟੈਂਟ ਨੇ ਵੀਜ਼ਾ ਲਵਾਤਾ ਉਹ ਚੰਗਾ ਹੈ, ਜਿਹੜੇ ਨੇ ਨਹੀਂ ਲਵਾਇਆ ਉਹ ਕਮਲਾ ਹੀ ਹੈ। ਇਹ ਨਹੀਂ ਦੇਖਦੇ ਕਿ 2003 ਤੋਂ ਪਾਇਨੀਅਰ ਇਮੀਗ੍ਰੇਸ਼ਨ ਕੰਮ ਕਰਦੀ ਵੀ, CICC ਮੈਂਬਰ ਹੈਗੇ ਆ, ਮੈਂ ਖੁਦ ਸਾਰੇ ਕੇਸਿਸ ਦੇਖਦਾ ਹੈਗਾ। 100% ਓਨੈਸਟੀ ਦੀ ਜ਼ਿੰਮੇਵਾਰੀ। ਜਿੱਥੇ ਪੰਜਾਬ ਦੇ ਵਿੱਚ ਮੇਰੇ ਕੋਲ ਜਿੰਨੇ ਬੰਦੇ ਮਿਲਦੇ, 10 ਵਿੱਚੋਂ 7 ਬੰਦੇ ਠੱਗੀਆਂ ਦੇ ਸ਼ਿਕਾਰ, ਕਾਲਜ ਉਹ ਜਿਹੜੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਦੇ, ਠੀਕ ਹੈ, ਠੱਗੀਆਂ ਦੇ ਸ਼ਿਕਾਰ ਹੋਏ ਹੁੰਦੇ ਆ। ਜਿਹੜੇ ਬਾਅਦ ਦੇ ਵਿੱਚ ਜਿਹੜੇ ਆਫਟਰ ਵੀਜ਼ਾ ਫੀਸ ਦੀ ਗੱਲ ਕਰਦੇ ਆ, ਜਿਹੜੇ ਪੈਕੇਜ ਦੀ ਗੱਲ ਕਰਦੇ ਆ, ਜਿਹੜੇ ਕਿ ਉਹ ਕਾਲਜਾਂ ਜਿੱਥੇ ਵਰਕ ਪਰਮਿਟ ਹੈ ਨਹੀਂ, ਬਹੁਤ ਹੀ ਨੁਕਸਾਨ ਵਾਲਾ ਕੰਮ, ਇਹੋ ਜਿਹੇ ਜਿਹਨੂੰ ਕਹਿੰਦੇ ਆ ਕਿ ਬਹੁਤ ਹੀ ਗਲਤ ਕੰਮ ਕੀਤੇ ਹੁੰਦੇ ਆ। ਇਹੋ ਜਿਹੇ ਸਟੂਡੈਂਟਸ ਪਰੇਸ਼ਾਨੀਆਂ ਦਾ ਸਾਹਮਣਾ ਕਰਕੇ ਮੇਰੇ ਕੋਲ ਆਉਂਦੇ ਨੇ। ਉੱਥੇ ਸਾਡਾ 100% ਸਹੀ ਕੀਤਾ ਹੋਇਆ ਕੰਮ, ਔਰ ਉਸ ਦੇ ਵਿੱਚ ਵੀਕ ਕੇਸ ਦਾ ਰਿਫਿਊਜ਼ਲ ਹੋਏ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ। ਹਾਲਾਂਕਿ ਇਹੋ ਜਿਹੇ ਵੀਕ ਕੇਸਿਸ ਹੁਣ ਅਸੀਂ ਲੈਣੇ ਬੰਦ ਕਰ ਦਿੱਤੇ। ਬਹੁਤ ਸਾਰੇ ਕੇਸਿਸ ਨੂੰ ਅਸੀਂ ਮਨਾ ਕਰ ਦਿੰਦੇ ਕਿ ਅਸੀਂ ਤੁਹਾਡਾ ਇਹ ਕੇਸ ਨਹੀਂ ਲੈਣਾ, ਕਿਉਂਕਿ ਚਾਂਸਿਸ ਵੀਜ਼ਾ ਦੇ ਘੱਟ ਨੇ। ਸਿਲੈਕਟਿਵ ਹੋ ਗਏ ਅਸੀਂ, ਤੇ ਤਾਂ ਕਿ ਜਿਹੜੇ ਨੈਚੁਰਲੀ ਕਿ ਜਿਹੜੇ ਇਸੇ ਤਰੀਕੇ ਨਾਲ ਅੰਬੈਸੀ ਸਿਲੈਕਟਿਵ ਹੋ ਗਈ ਹੈ, ਜ਼ਿਆਦਾ ਵਧੀਆ ਕੇਸ ਹੈਗਾ ਤਾਂ ਵੀਜ਼ਾ ਦੇਣਗੇ, ਜੋ ਮਾੜੇ ਜਿਹੇ ਵੀ ਨੁਕਸ ਜੇ ਹੈਗੇ ਨੇ ਤੇ ਵੀਜ਼ਾ ਦੇ ਰਿਫਿਊਜ਼ਲ ਦੇ ਚਾਂਸ ਹੋਣਗੇ। ਸੋ ਜਿਹੜੇ ਚੰਗੇ ਕੇਸ ਨੇ ਉਹਨਾਂ ਕੋਲੋਂ ਪਾਇਨੀਅਰ ਇਮੀਗ੍ਰੇਸ਼ਨ ਕੋਈ ਫੀਸ ਨਹੀਂ ਲੈ ਰਿਹਾ, ਬਲਕਿ ਇੱਕ ਬੜੀ ਵੱਡੀ ਖੁਸ਼ਖਬਰੀ ਹੈਗੀ ਹੈ ਕਿ 500 ਤੋਂ ਲੈ ਕੇ $5,000 ਤੱਕ ਦਾ ਸਕਾਲਰਸ਼ਿਪ ਟੂ ਈਚ ਸਟੂਡੈਂਟ। ਹਰ ਸਟੂਡੈਂਟ ਜਿਹੜਾ ਸਾਡੀ ਸਰਵਿਸਿਜ਼ ਹਾਇਰ ਕਰੇਗਾ, ਉਹ ਸਾਡੇ ਆਫਿਸ ਜਾਵੇ, ਉਸ ਨੂੰ ਸਕਾਲਰਸ਼ਿਪ ਪੱਕਾ ਮਿਲੇਗਾ। ਹੁਣ 1000 ਦਾ ਮਿਲੇਗਾ, 2000 ਦਾ ਜਾਂ 5000 ਦਾ, ਇਹ ਡਰਾ ਹੈਗਾ। ਉਸ ਦੇ ਵਿੱਚ ਤੁਹਾਡੀ ਲੱਕ ਜਿੰਨਾ ਵੀ ਡਰਾ ਦੇ ਵਿੱਚ ਨਿਕਲਿਆ ਉਹਨਾਂ ਤੁਹਾਨੂੰ ਮਿਲੇਗਾ ਸਕਾਲਰਸ਼ਿਪ। $500 ਦੀ ਮਿਨੀਮਮ ਕਮਿਟਮੈਂਟ ਹਰ ਸਟੂਡੈਂਟ ਨੂੰ, ਤਾਂ ਕਿ ਅਸੀਂ ਪਾਇਨੀਅਰ ਇਮੀਗ੍ਰੇਸ਼ਨ ਨੂੰ ਆਲਮੋਸਟ 20 ਇਅਰਸ ਹੋ ਗਏ ਨੇ, ਫੁੱਲੀ ਐਸਟੈਬਲਿਸ਼ਡ ਹੈਗੀ ਹੈ।
ਤੇ ਅਸੀਂ ਆਪਣੀ ਜਿਹੜੀ ਇਨਕਮ ਦੇ ਵਿੱਚੋਂ ਅਸੀਂ ਸ਼ੇਅਰਿੰਗ ਕਰਨਾ ਚਾਹੁੰਦੇ ਹੈਗੇ। ਇਹਦਾ ਮਤਲਬ ਸਟੂਡੈਂਟਸ ਦੀ ਹੈਲਪ ਔਰ ਕੇਅਰ ਕਰਨਾ ਚਾਹੁੰਦੇ ਹਾਂ। ਸਕਾਲਰਸ਼ਿਪ ਕਾਲਜਾਂ ਨਾਲ ਵੀ ਬਹੁਤ ਸਾਰਿਆਂ ਨਾਲ ਗੱਲਬਾਤ ਹੋਈ ਹੈ ਔਰ ਕਾਲਜਾਂ ਦੇ ਪਾਰਟਿਸਿਪੇਸ਼ਨ ਦੇ ਨਾਲ ਪਾਇਨੀਅਰ ਇਮੀਗ੍ਰੇਸ਼ਨ ਦੀ ਪਾਰਟਨਰਸ਼ਿਪ ਔਰ ਪਾਰਟਿਸਿਪੇਸ਼ਨ ਦੇ ਨਾਲ ਤੁਹਾਨੂੰ ਸਕਾਲਰਸ਼ਿਪ ਆਫਰ ਕਰਦੇ ਪਏ ਹਾਂ। ਫੀਸ ਕੋਈ ਨਹੀਂ ਲੈਣੀ। ਜਿਹੜੇ ਚੰਗੇ ਸਟੂਡੈਂਟ ਨੇ, ਜਿਹੜੇ ਵੀਕ ਕੇਸਿਸ ਨੇ, ਅਗਰ ਅਸੀਂ ਮੀਡੀਅਮ ਕੇਸਿਸ, ਜ਼ਿਆਦਾ ਵੀਕ ਕੇਸਿਸ ਤਾਂ ਨਹੀਂ ਲੈਣੇ, ਜਿਹੜੇ ਮੀਡੀਅਮ ਕੇਸਿਸ ਨੇ, ਲੱਗ ਵੀ ਸਕਦਾ ਨਹੀਂ ਵੀ ਲੱਗ ਸਕਦਾ, ਇਹੋ ਜਿਹੇ ਕੇਸ, ਜਾਂ ਜਿਹੜੇ ਰਿਫਿਊਜ਼ਡ ਕੇਸਿਸ ਨੇ ਉਹਨਾਂ ਕੋਲੋਂ ਫੀਸ ਹੋਵੇਗੀ। ਡਿਪੈਂਡਸ ਔਨ ਯੂਅਰ ਕੇਸ, ਕਿੰਨਾ ਗੈਪ ਹੈ, ਕਿੰਨੇ ਰਿਫਿਊਜ਼ਲਾਂ ਨੇ, ਉਹ ਸਾਡੇ ਆਫਿਸ 'ਚ ਜਾ ਕੇ ਗੱਲਬਾਤ ਕਰ ਲਓ। ਵੈਲਕਮ। ਤੇ ਆਨਲਾਈਨ ਦਾ ਧਿਆਨ ਰੱਖਣਾ ਕਿ ਹੁਣ ਅਲਾਊਡ ਨਹੀਂ ਹੈਗੀ, ਤੁਹਾਨੂੰ ਪਰਸਨਲੀ ਜਾ ਕੇ ਹੀ ਕਲਾਸਾਂ ਲਾਉਣੀਆਂ ਪੈਣੀਆਂ। ਬੜਾ ਧਿਆਨ ਨਾਲ ਹੁਣ ਆਪਾਂ ਨੂੰ ਇਹਨੂੰ ਮੋਨੀਟਰ ਕਰਨਾ ਪੈਣਾ ਸਿਚੁਏਸ਼ਨ ਨੂੰ, ਕਿ ਤੁਹਾਡਾ ਜਿਹੜਾ ਐਪਲੀਕੇਸ਼ਨ ਕਦੋਂ ਲੱਗੀ ਸੀਗੀ, ਕਦੋਂ ਤੁਹਾਡਾ ਵੀਜ਼ਾ ਆਉਣ ਦੀ ਸੰਭਾਵਨਾ ਹੈਗੀ ਹੈ, ਕਿਹੜੀ ਡੈਡਲਾਈਨ ਹੈਗੀ ਹੈ। ਜੇ ਆਪਾਂ ਨੂੰ ਪੱਕਾ ਹੈ ਕਿ ਹਾਲੇ ਟਾਈਮ ਪੂਰਾ ਨਹੀਂ ਹੋਣਾ ਆਪਣਾ ਔਰ ਪ੍ਰੋਸੈਸਿੰਗ ਟਾਈਮ ਨਹੀਂ ਪੂਰਾ ਮਿਲਣਾ ਆਪਾਂ ਨੂੰ, ਤੇ ਡੈਫਰਮੈਂਟ ਡੈਡਲਾਈਨ ਟੱਪ ਨਾ ਜਾਵੇ, ਡੈਫਰਮੈਂਟ ਆਪਾਂ ਕਾਲਜ ਨੂੰ ਪਾ ਦੇਣੀ ਹੈਗੀ, ਧਿਆਨ ਰੱਖੋ। ਸੋ ਗੱਲਾਂ ਤਾਂ ਬਹੁਤ ਸਾਰੀਆਂ ਹੁੰਦੀਆਂ ਨੇ। ਅਗੇਨ ਜਿਹੜੇ CBSE ਦਾ ਰਿਜ਼ਲਟ ਕੱਲ੍ਹ ਆਇਆ ਹੈਗਾ ਔਰ ਬੜੇ ਸਾਰੇ ਸਟੂਡੈਂਟਸ ਦੀ ਸਾਡੇ ਕੋਲ ਕੁਐਰੀਜ਼ ਆ ਰਹੀਆਂ ਨੇ, ਮੈਨੂੰ ਬਹੁਤ ਫੋਨ ਆ ਰਹੇ ਨੇ। ਰਿਜ਼ਲਟਸ ਕੁਛ ਦਾ ਠੀਕ ਠੀਕ ਆਇਆ, ਕੁਛ ਦਾ ਬਹੁਤ ਵਧੀਆ ਆਇਆ। ਜਿਨ੍ਹਾਂ ਦੇ ਵੀ ਚੰਗੇ ਰਿਜ਼ਲਟ ਆਏ ਨੇ, ਬੱਚੇ ਪਾਸ ਹੋ ਗਏ ਨੇ, ਮਾਰਕਸ ਚੰਗੇ ਨੇ, ਉਹਨਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈ। ਉਹਨਾਂ ਦੀ ਮਿਹਨਤ ਸਦਕਾ ਮਿਹਨਤ ਦਾ ਫਲ ਮਿਲਿਆ ਹੈਗਾ ਔਰ ਉਹਨਾਂ ਨੂੰ ਜਿਹੜੀ ਮੇਰੇ ਵੱਲੋਂ ਵਧਾਈਆਂ, ਮੁਬਾਰਕਾਂ, ਰੱਬ ਮਿਹਰ ਕਰੇ। ਔਰ ਵੈਲਕਮ ਉਹਨਾਂ ਵਾਸਤੇ ਖਾਸ ਤੌਰ 'ਤੇ ਜਿਹੜਾ ਨੋ ਫੀਸ, ਕੰਪਨੀ ਕੋਈ ਫੀਸ ਨਹੀਂ ਲਵੇਗੀ। ਸਾਡੇ ਆਫਿਸਿਸ ਦੇ ਵਿੱਚ ਮਿਲ ਕੇ ਆਪਣਾ ਕੇਸ ਡਿਸਕਸ ਕਰੋ। 70613 70613 'ਤੇ ਕਾਲ ਕਰੋ। ਹਰ ਕੇਸ ਦੇ ਉੱਪਰ ਮੇਰੀ ਨਿਗਾਹ, 100% ਓਨੈਸਟੀ ਦੀ 100% ਗਰੰਟੀ। ਵੀਜ਼ਾ ਦੀ ਗਰੰਟੀ ਨਹੀਂ ਹੋ ਸਕਦੀ, ਇਹ ਧਿਆਨ ਰੱਖਣਾ। ਅਗਰ ਤੁਹਾਨੂੰ ਕੋਈ ਕੰਸਲਟੈਂਟ ਗਰੰਟੀ ਦਿੰਦਾ, ਉਹ ਗੁੰਮਰਾਹ ਕਰਦਾ ਪਿਆ। ਹਾਲਾਂਕਿ ਗਰੰਟੀ ਨਾ ਦੇਣ ਦੇ ਬਾਵਜੂਦ ਸਾਡੇ ਹਰ ਇੱਕ ਆਫਿਸ ਦੇ ਵਿੱਚ ਤੁਸੀਂ ਪਹੁੰਚੋਗੇ ਤੇ ਰਿਸੈਪਸ਼ਨ 'ਤੇ ਲਿਖਿਆ ਨੋਟਿਸ ਫॉर ਆਲ ਵਿਜ਼ਿਟਰਸ, ਉਸ ਦੇ ਵਿੱਚ ਲਿਖਿਆ ਨੋ ਵੀਜ਼ਾ ਗਰੰਟੀ। ਐਮਬੈਸੀ ਅਲਾਊਡ ਨਹੀਂ ਕਰਦੀ ਜਿਹੜੇ ਜੈਨੂਅਨ ਕੰਸਲਟੈਂਟ ਨੇ ਉਹਨਾਂ ਨੂੰ ਦੇਣਾ। ਝੂਠ ਫਰੇਬ ਤੇ ਬਹੁਤ ਸਾਰੇ ਲੋਕ ਬਹੁਤ ਤਰੀਕੇ ਨਾਲ ਮਾਰਦੇ ਨੇ, ਬਾਅਦ ਵਿੱਚ ਮੁੱਕਰ ਜਾਂਦੇ ਨੇ। ਇਹੋ ਜਿਹੇ ਲੋਕ ਕਈ ਤਰ੍ਹਾਂ ਦੀ ਠੱਗੀਆਂ, ਖਰਾਬੀਆਂ, ਮਿਸਗਾਈਡੈਂਸ ਔਰ ਦਿੱਕਤ ਕਰਦੇ ਨੇ। ਲੇਕਿਨ ਰੱਬ ਦੇ ਬੰਦੇ ਬਣ ਕੇ, ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਤੁਹਾਡੀਆਂ ਸੇਵਾਵਾਂ ਕਰਦੇ ਹਾਂ ਅਸੀਂ। ਵੈਲਕਮ। ਹਰ ਚੀਜ਼ ਦੀ ਮੇਰੀ ਪਰਸਨਲ ਜ਼ਿੰਮੇਵਾਰੀ। ਔਰ ਸੈਮੀਨਾਰ ਲੱਗਦੇ ਪਏ ਨੇ, ਲੱਗਣਗੇ ਅਲੱਗ-ਅਲੱਗ ਡੇਟਾਂ ਨੂੰ। ਹੁਣੇ ਅਲੱਗ-ਅਲੱਗ ਸ਼ਹਿਰਾਂ 'ਚ ਸੈਮੀਨਾਰ ਲਾ ਕੇ ਹਟੇ ਹਾਂ। ਅਸੀਂ ਘੱਟ ਸੈਮੀਨਾਰ ਲਾਉਂਦੇ ਹਾਂ ਕਿਉਂਕਿ ਇੱਕ ਸ਼ਹਿਰ 'ਚ ਚਲੇ ਜਾਈਏ ਤੇ ਬਾਕੀ ਸ਼ਹਿਰਾਂ ਦੀ ਫਿਰ ਕੇਅਰ ਘਟਦੀ ਹੈ, ਤੇ ਬੈਟਰ ਹੈਗਾ ਕਿ ਅਸੀਂ ਘੱਟ ਸੈਮੀਨਾਰ ਲਾਵਾਂਗੇ। ਲੇਕਿਨ ਜਿਨ੍ਹਾਂ ਨੇ ਸਾਨੂੰ ਮਿਲਣਾ, ਮੈਨੂੰ ਮਿਲਣਾ ਖਾਸ ਤੌਰ 'ਤੇ, ਉਹ ਉਹਨਾਂ ਨੂੰ ਵੇਟ ਕਰਨੀ ਹੋਏਗੀ। ਜਿਹੜੇ ਮੈਨੂੰ ਮਿਲਣਾ ਚਾਹੁੰਦੇ, ਆਪਣਾ ਕੇਸ ਡਿਸਕਸ ਕਰਨਾ ਚਾਹੁੰਦੇ ਆ, ਮੇਰੇ ਕਾਉਂਸਲਰਸ ਮੈਨੇਜਰ ਨਾਲ ਗੱਲ ਕਰਨਾ ਆਫਿਸ 'ਚ ਪਹੁੰਚ ਕੇ, ਔਰ ਉਹਨਾਂ ਨੂੰ ਵੇਟ ਕਰਨੀ ਪੈ ਸਕਦੀ ਹੈਗੀ ਹੈ। ਕਿੱਥੇ, ਕਿਹੜੇ ਆਫਿਸ 'ਚ ਕਦੋਂ ਮਿਲਾਂਗਾ, ਉਸ ਦੀ ਅਪਾਇੰਟਮੈਂਟਸ ਫਿਕਸ ਹੋਣਗੀਆਂ ਔਰ ਉਹ ਅਪਾਇੰਟਮੈਂਟ ਆਪਣੀ ਫਿਕਸ ਕਰ ਲੈਣ। ਉਹਨਾਂ ਨੂੰ ਵੇਟ ਕਰਨਾ ਪੈ ਸਕਦਾ। ਜਲਦਬਾਜ਼ੀ ਨਾ ਕਰਨ। ਜਲਦਬਾਜ਼ੀ ਦੇ ਚੱਕਰ ਵਿੱਚ ਗਲਤ ਕੰਸਲਟੈਂਟ ਦੇ ਹੱਥੀਂ ਪੈ ਗਏ ਤੇ ਬਹੁਤ ਭਟਕਣਾ ਪੈ ਸਕਦਾ ਹੈ, ਤਕਲੀਫਾਂ ਆ ਸਕਦੀਆਂ ਨੇ। ਬਹੁਤ ਸਾਰੇ ਸਟੂਡੈਂਟ ਸਾਡੇ ਕੋਲ ਆਉਂਦੇ ਨੇ ਜਿਹੜੇ ਕਿ ਮਿਲਣਾ ਚਾਹੁੰਦੇ ਨੇ, ਥੋੜ੍ਹੀ ਜਿਹੀ ਕਾਰਨ ਕਰਕੇ ਕਿਤੇ ਹੋਰ ਚਲੇ ਗਏ, ਬਾਅਦ ਦੇ ਵਿੱਚ ਔਖੇ ਹੋਏ, ਪਰੇਸ਼ਾਨ ਹੋਏ, ਰਿਫਿਊਜ਼ਲਾਂ ਹੋਈਆਂ, ਬਾਅਦ ਦੇ ਵਿੱਚ ਸਾਡੇ ਕੋਲ ਆਉਂਦੇ ਨੇ ਔਰ ਇਹ ਸੋਚਦੇ ਨੇ ਕਿ ਕਾਸ਼ ਅਸੀਂ ਪਹਿਲਾਂ ਆ ਜਾਂਦੇ ਤੇ ਇੰਨੀ ਤਕਲੀਫਾਂ ਦਾ, ਠੱਗੀਆਂ ਦਾ ਸਾਹਮਣਾ ਨਾ ਕਰਨਾ ਪੈਂਦਾ। ਵੈਲਕਮ। ਬਹੁਤ ਬਹੁਤ ਧੰਨਵਾਦ ਜੁੜੇ ਰਹਿਣ ਵਾਸਤੇ। ਅਗਲੇ ਸ਼ਨੀਵਾਰ ਸਵੇਰੇ 11 ਵਜੇ ਫਿਰ ਗੱਲ ਕਰਾਂਗੇ। ਫੇਸਬੁੱਕ, ਇੰਸਟਾਗ੍ਰਾਮ ਪੇਜ ਦੁਆਰਾ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ YouTube ਚੈਨਲ, ਔਰ ਖ਼ਾਸ ਤੌਰ 'ਤੇ ਮੇਰੀਆਂ ਇਹ ਪੋਸਟ ਜਿਹੜੀਆਂ ਨੇ ਸ਼ੇਅਰ ਕਰੋ ਜ਼ਰੂਰ, ਤਾਂ ਕਿ ਤੁਹਾਡੇ ਫਰੈਂਡਸ, ਰਿਲੇਟਿਵਸ ਨੂੰ ਇਹ ਸੱਚੀ ਸੁੱਚੀ ਇਨਫੋਰਮੇਸ਼ਨ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਜਿਹੜੀ ਮੈਂ ਦਿੰਦਾ ਹੈਗਾ। ਬਹੁਤ ਘੱਟ ਲੋਕ ਇਸ ਤਰ੍ਹਾਂ ਦੀ ਜਿਹੜੀ ਜੈਨੂਅਨ ਔਰ ਇਮਾਨਦਾਰੀ ਵਾਲਾ ਕੰਮ ਕਰਦੇ ਨੇ। ਬਹੁਤ ਇਮਾਨਦਾਰੀ ਵਾਲੀ ਇਨਫੋਰਮੇਸ਼ਨ ਜੈਨੂਅਨ ਜਿਹੜੀ ਹੈ ਘੱਟ ਲੋਕ ਦਿੰਦੇ ਨੇ, ਤਾਂ ਕਿ ਇਹ ਇਨਫੋਰਮੇਸ਼ਨ ਤੁਹਾਡੇ ਫਰੈਂਡਸ, ਰਿਲੇਟਿਵਸ ਨੂੰ ਪਹੁੰਚ ਸਕੇ, ਉਹਨਾਂ ਨੂੰ ਵੀ ਫਾਇਦਾ ਹੋ ਸਕੇ। ਸਾਡੀ pioneerimmigration.com ਵੈਬਸਾਈਟ 'ਤੇ ਵੀ ਜ਼ਰੂਰ ਜਾ ਕੇ ਦੇਖੋ, ਕਈ ਤਰ੍ਹਾਂ ਦੀ ਇਨਫੋਰਮੇਸ਼ਨ ਹੁੰਦੀ ਹੈਗੀ ਹੈ। ਖਾਸ ਤੌਰ 'ਤੇ ਉੱਥੇ ਇੱਕ ਨਿਊਜ਼ਲੈਟਰ ਅਸੀਂ ਸ਼ੁਰੂ ਕੀਤੀ ਹੈਗੀ ਹੈ, ਉਸ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਖਬਰਾਂ ਜਿਹੜੀਆਂ ਨੇ ਉਹ ਤੁਹਾਨੂੰ ਤੁਹਾਡੀ ਈਮੇਲ 'ਤੇ ਤੁਹਾਡੇ ਤੱਕ ਪਹੁੰਚ ਸਕਣ।